ਸਤਿ ਸ਼੍ਰੀ ਅਕਾਲ। ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਕਿਸਾਨ ਅੱਜ ਨਹੀਂ ਕੱਟਣਗੇ ਦਿੱਲੀ ਦੇ ਵਿੱਚ ਟਰੈਕਟਰ ਮਾਰਚ। 4 ਜਨਵਰੀ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਇਸ ਤੇ ਫੈਸਲਾ। ਬੀਤੇ ਦਿਨੀ ਹੋਈ ਬੈਠਕ 'ਚ 2 ਮੰਗਾਂ ਤੇ ਬਣੀ ਸਹਿਮਤੀ। ਬਿਜਲੀ ਸੋਧ ਬਿੱਲ ਨਹੀਂ ਲਿਆਵੇਗੀ ਸਰਕਾਰ। ਪਰਾਲੀ ਸਾੜਨ ਵਾਲੇ ਆਰਡੀਨੈਂਸ ਤੇ ਵੀ ਦਿੱਤਾ ਕਿਸਾਨਾਂ ਨੂੰ ਭਰੋਸਾ। ਪੰਜਾਬ ਕੈਬਨਿਟ ਨੇ ਲਏ ਕਈ ਅਹਿਮ ਫੈਸਲੇ। ਮੁੱਖ ਮੰਤਰੀ ਦੇ ਵੱਲੋਂ ਡਿਜੀਨੈਸ ਮੋਬਾਈਲ ਐਪ ਜਾਰੀ। ਨਵੀਂ ਭਰਤੀਆਂ ਦੇ ਲਈ ਤਨਖਾਹ ਸਕੇਲ ਲਿਆਉਣ ਦੀ ਵੀ ਪ੍ਰਵਾਨਗੀ। 10 ਵਿਭਾਗਾਂ ਦੇ ਪੁਨਰਗਠਨ ਨੂੰ ਮਨਜ਼ੂਰੀ। 50,000 ਨਵੀਆਂ ਅਸਾਮੀਆਂ ਤੇ ਹੋਵੇਗੀ ਭਰਤੀ। HIV ਪੋਜ਼ਿਟਿਵ ਖੂਨ ਚੜਾਉਣ ਦੇ ਮਾਮਲੇ 'ਚ ਬਠਿੰਡਾ ਬਲੱਡ ਬੈਂਕ ਦੇ ਖਿਲਾਫ ਵੱਡੀ ਕਾਰਵਾਈ। 14 ਦਿਨਾਂ ਲਈ ਬਲੱਡ ਬੈਂਕ ਦਾ ਲਾਇਸੈਂਸ ਕੀਤਾ ਗਿਆ ਸਸਪੈਂਡ। ਮਹਿਲਾ ਅਤੇ 4 ਬੱਚਿਆਂ ਨੂੰ ਚੜਾਇਆ ਗਿਆ ਸੀ HIV ਪੋਜ਼ਿਟਿਵ ਖੂਨ। ਰਿਲਾਇੰਸ ਦੇ ਜੀਓ ਟਾਵਰਾਂ ਦੀ ਭੰਨਤੋੜ ਤੇ ਪੰਜਾਬ ਦੇ ਰਾਜਪਾਲ ਦੀ ਸਖਤੀ। ਮਾਮਲੇ ਲੈ ਕੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਕੀਤਾ ਤਲਬ। ਸੂਬੇ ਦੇ ਵਿੱਚ 1600 ਟਾਵਰਾਂ ਨੂੰ ਹੁਣ ਤੱਕ ਪਹੁੰਚਾਇਆ ਗਿਆ ਨੁਕਸਾਨ। ਨਵੇਂ ਸਾਲ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਹੋਇਆ ਚੌਕਸ। ਚੰਡੀਗੜ੍ਹ ਅਤੇ ਪੰਜਾਬ 'ਚ ਵਧਾਈ ਗਈ ਸਖਤੀ। ਨਹੀਂ ਬਖਸ਼ੇ ਜਾਣਗੇ ਹੁੱਲੜਬਾਜ਼। ਕਾਨੂੰਨ ਦੀ ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ। ਤੇ ਬੁਲੇਟਿਨ ਦਾ ਆਗਾਜ਼ ਕਰਤੇ ਹਾਂ ਤੇ ਇਸ ਵਕਤ ਦੀ ਵੱਡੀ ਖਬਰ ਬਠਿੰਡਾ ਤੋਂ ਹੈ, ਜਿੱਥੇ ਕਿ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਥੈਲੇਸੀਮੀਆ ਪੀੜਤ ਬੱਚਿਆਂ ਤੇ ਇੱਕ ਮਹਿਲਾ ਨੂੰ HIV ਪੋਜ਼ਿਟਿਵ ਖੂਨ ਚੜਾਉਣ ਦੇ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ। 14 ਦਿਨਾਂ ਲਈ ਬਲੱਡ ਬੈਂਕ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਦੱਸ ਦਈਏ ਕਿ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ। ਦੱਸ ਦਈਏ ਜ਼ਿਕਰਯੋਗ ਹੈ ਕਿ ਇਹ ਬਠਿੰਡਾ ਬਲੱਡ ਬੈਂਕ ਇੱਕ ਤਰ੍ਹਾਂ ਦਾ ਖੂਨੀ ਬਲੱਡ ਬੈਂਕ ਬਣ ਗਿਆ ਸੀ। 14 ਦਿਨਾਂ ਦੇ ਲਈ ਬਲੱਡ ਬੈਂਕ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਉੱਥੇ ਹੀ ਜ਼ਿਕਰਯੋਗ ਹੈ ਕਿ 4 ਥੈਲੇਸੀਮੀਆ ਪੀੜਤ ਬੱਚਿਆਂ ਨੂੰ HIV ਪੋਜ਼ਿਟਿਵ ਖੂਨ ਚੜਾਇਆ ਗਿਆ ਸੀ। ਇਸ ਤੋਂ ਇਲਾਵਾ ਇੱਕ ਮਹਿਲਾ ਨੂੰ ਵੀ HIV ਪੋਜ਼ਿਟਿਵ ਖੂਨ ਚੜਾ ਦਿੱਤਾ ਗਿਆ ਸੀ। ਇਸ ਲਾਪਰਵਾਹੀ ਅਤੇ ਅਣਗਹਿਲੀ ਦੇ ਮਾਮਲੇ ਨੂੰ ਦੱਸਿਆ ਜਾ ਰਿਹਾ ਸੀ, ਪਰ ਦੱਸ ਦਈਏ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਅਤੇ ਇਸ ਦੇ ਵਿੱਚ ਇੱਕ MLT ਵੀ ਸ਼ਾਮਲ ਸੀ। ਦੱਸਦੀ ਹੁਣ ਤੱਕ ਕਈ ਲੋਕ ਜਿਹੜੇ ਇਸ ਮਾਮਲੇ ਦੇ ਵਿੱਚ ਸਸਪੈਂਡ ਵੀ ਕੀਤੇ ਜਾ ਚੁੱਕੇ ਨੇ, ਪਰ ਜਿਹੜੀ ਸਖਤ ਕਾਰਵਾਈ ਹੈ ਉਹ ਹਜੇ ਤੱਕ ਦੇਖਣ ਨੂੰ ਨਹੀਂ ਮਿਲੀ ਹੈ। ਫਿਲਹਾਲ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਵੱਡੀ ਕਾਰਵਾਈ ਵੀ ਦੇਖਣ ਨੂੰ ਮਿਲ ਸਕਦੀ ਹੈ। ਬਠਿੰਡਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਧਰਮਚੰਦਰ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਕੇ ਨੇ। ਧਰਮਚੰਦਰ ਜੀ, ਜਿਸ ਤਰ੍ਹਾਂ ਦੇ ਨਾਲ ਅਸੀਂ ਇਹ ਸਾਰਾ ਵਰਤਾਰਾ ਦੇਖਿਆ ਸੀ ਬਲੱਡ ਬੈਂਕ ਦਾ ਕਿ ਕਿਸ ਤਰ੍ਹਾਂ ਦੇ ਨਾਲ ਥੈਲੇਸੀਮੀਆ ਪੀੜਤ ਬੱਚੇ ਤੇ ਇੱਕ ਮਹਿਲਾ ਨੂੰ ਜੋ HIV ਪੋਜ਼ਿਟਿਵ ਖੂਨ ਚੜਾਇਆ ਗਿਆ ਸੀ, ਇਸ ਮਾਮਲੇ ਦੇ ਵਿੱਚ ਫਿਲਹਾਲ ਅਸੀਂ ਉਡੀਕ ਰਹੇ ਹਾਂ ਕਿ ਕਦੋਂ ਜਾਂਚ ਜਿਹੜੀ ਮੁਕੰਮਲ ਹੁੰਦੀ ਹੈ ਤੇ ਕਦੋਂ ਵੱਡੀ ਕਾਰਵਾਈ ਹੁੰਦੀ ਹੈ, ਉਹ ਕਦੋਂ ਤੱਕ ਪੋਸੀਬਲ ਹੋ ਸਕਦਾ ਹੈ? देखो जसमीत, इस पड़ताल चल रही है, जांच चल रही है ਤੇ ਜਿੱਦਾਂ ਜਾਂਚ ਦੀ ਪ੍ਰਕਿਰਿਆ ਜਿਹੜੀ ਹੈ ਉਹ ਜਿਵੇਂ ਸਾਡੇ ਸਲੋ ਚੱਲਦੀ ਹੈ ਸਾਡੇ ਸਿਸਟਮ ਦੇ ਵਿੱਚ, ਉਸੇ ਤਰ੍ਹਾਂ ਇੱਥੇ ਵੀ ਹੋ ਰਹੀ ਹੈ। ਹਾਲਾਂਕਿ ਲਾਪਰਵਾਹੀ ਜਿਹੜੀ ਹੈ ਬਹੁਤ ਵੱਡੀ ਹੈ। ਸਿਹਤ ਵਿਭਾਗ ਦੇ ਉੱਪਰ ਇੱਕ ਵੱਡਾ ਧੱਬਾ ਲੱਗਿਆ ਇਸ ਦੇ ਨਾਲ ਕਿ ਬੱਚਿਆਂ ਨੂੰ HIV ਪੋਜ਼ਿਟਿਵ ਖੂਨ ਚੜਾਇਆ ਗਿਆ ਔਰ ਚੜਾਇਆ ਜਾਂਦਾ ਰਿਹਾ ਲਗਾਤਾਰ। ਤੇ ਇਹ ਛੋਟੀ ਲਾਪਰਵਾਹੀ ਨਹੀਂ ਹੈ, ਬਲਕਿ ਜਾਣਬੁੱਝ ਕੇ ਕੀਤੀ ਗਈਆਂ ਡਰਦੀਆਂ ਨੇ। ਔਰ ਇਸ ਤੋਂ ਬਾਅਦ ਜਦੋਂ ਇਹ ਪੜਤਾਲ ਸ਼ੁਰੂ ਹੋਈ, ਜਿਹੜੀ ਬਲੱਡ ਬੈਂਕ ਦੀਆਂ ਅੰਦਰਲੀਆਂ ਖਾਮੀਆਂ ਜਿਹੜੀਆਂ ਨੇ ਤੇ ਇਹਨਾਂ ਖਾਮੀਆਂ ਨੂੰ ਦੂਰ ਕਰਨ ਦੇ ਲਈ ਬਲੱਡ ਬੈਂਕ ਨੂੰ ਸਮਝਤਾ ਗਿਆ ਪੜਤਾਲੀਆ ਟੀਮ ਦੇ ਵੱਲੋਂ ਕਿ ਇਹਨੂੰ 15 ਦਿਨਾਂ ਦੇ ਵਿੱਚ ਇਹ ਖਾਮੀਆਂ ਦੂਰ ਕਰੋ ਤਾਂ ਕਿ ਅੱਗੇ ਨੂੰ ਨਾ ਹੋਵੇ। ਨਲਾਇਕੀ ਦੇਖੋ ਸਿਹਤ ਵਿਭਾਗ ਦੀ ਕਿ 15 ਦਿਨਾਂ ਦੇ ਵਿੱਚ ਸਮੇਂ ਦੇ ਵਿੱਚ ਵੀ ਜਿਹੜਾ ਉਹ ਖਾਮੀਆਂ ਨੂੰ ਪੂਰਾ ਨਹੀਂ ਕੀਤਾ ਗਿਆ। ਜਦੋਂ ਬਲੱਡ ਬੈਂਕ ਪੂਰੀ ਦੁਨੀਆ ਦੀ ਨਜ਼ਰ ਦੇ ਵਿੱਚ ਇੱਥੋਂ HIV ਚੜਾਇਆ ਜਾ ਰਿਹਾ ਹੈ
ਔਰ ਜਿਹੜੀ ਜੁੜੇ ਹੋਵੇ ਇਸ ਦੇ ਬਾਵਜੂਦ ਸਿਹਤ ਵਿਭਾਗ ਨੇ ਕਿਸੇ ਜਗ੍ਹਾ ਤੇ ਇਤਨਾ ਨਹੀਂ ਲਿਆ ਔਰ ਉਹ ਮਾਮਲਾ ਬਰਕਰਾਰ ਰਿਹਾ ਕਿ ਜੋ ਪਤਾ ਹੋਈ ਤਾਂ ਉਸ ਤੋਂ ਬਾਅਦ ਇਸ ਬਲੱਡ ਬੈਂਕ ਨੂੰ ਸਸਪੈਂਡ ਕਰਨਾ ਪਿਆ ਜੀ 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 तो एक लड़ाई की बहुत बड़ी तस्वीर है जी समझ नहीं आ रहा कि सेहत विभाग इस ब्लड बैंक के संदर्भ में की शो करना चाहता बिल्कुल की दिखाना चाहता है जी जी जिन्हें अपनी सारी लड़ाई की सिर्फ इसे दिखाना चाहता है इस तरह लग गया और सब तो बड़ी गल यही कि हम जो ब्लड बैंक बंद हो जाए तो ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਖੂਨ ਚਾਹੀਦਾ ਹੈ ਉਹ 10,000 ਰੁਪਇਆ ਕਿੰਨਾ ਖਾ ਰਹੇ ਨੇ ਜੀ ਬਲੱਡ ਬੈਂਕਾਂ ਦੇ ਵਿੱਚ ਸਭ ਵਧੀਆ ਕਿਸ ਤਰ੍ਹਾਂ ਦੇ ਸਿਸਟਮ ਚੱਲਦੇ ਨੇ ਤੇ ਇਸ ਨਾਲ ਇੱਕ ਵੱਡੀ ਪਰੇਸ਼ਾਨੀ ਵੀ ਖੜੀ ਹੋ ਗਈ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਮਰੀਜ਼ਾਂ ਨੂੰ ਖੂਨ ਚਾਹੀਦਾ ਹੈ। ਹਾਂਜੀ ਬਿਲਕੁਲ ਧਰਮਚੰਦਰ ਜੀ ਬਿਲਕੁਲ ਅਸੀਂ ਸ਼ਾਇਦ ਥੋੜੀ ਡਿਸਟਰਬੈਂਸ ਆ ਰਹੀ ਹੈ ਲਾਈਨ ਦੇ ਵਿੱਚ ਤਾਂ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਜ਼ਿਕਰ ਕਰ ਦਈਏ ਇਸ ਚੀਜ਼ ਦਾ ਕਿ ਇੱਥੇ 4 ਜਿਹੜੇ ਥੈਲੇਸੀਮੀਆ ਪੀੜਤ ਬੱਚੇ ਸਨ ਪਹਿਲਾਂ ਹੀ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਸਨ ਤਾਂ ਉਹਨਾਂ ਦੀ ਰਿਪੋਰਟ ਵੀ ਜਿਹੜੀ ਆ ਉਹ ਉਹਦੇ ਵਿੱਚ ਪੋਜ਼ਿਟਿਵ ਪਾਈ ਗਈ ਕਿਉਂਕਿ ਉਹਨਾਂ ਨੂੰ HIV ਪੋਜ਼ਿਟਿਵ ਖੂਨ ਚੜਾਇਆ ਗਿਆ ਸੀ ਇੱਕ ਮਹਿਲਾ ਨੂੰ ਵੀ ਇਹ HIV ਪੋਜ਼ਿਟਿਵ ਖੂਨ ਚੜਾ ਦਿੱਤਾ ਗਿਆ ਤੇ ਉਹਨਾਂ ਦੀ ਜ਼ਿੰਦਗੀਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਇਸ ਬਲੱਡ ਬੈਂਕ ਵੱਲੋਂ ਕੀਤਾ ਗਿਆ 14 ਦਿਨਾਂ ਦੇ ਲਈ ਦੱਸ ਦਈਏ ਕਿ ਜੋ ਲਾਇਸੈਂਸ ਹੈ ਉਹ ਸਸਪੈਂਡ ਕੀਤਾ ਗਿਆ ਤੇ ਜਾਂਚ ਜਿਹੜੀ ਜਾਰੀ ਹੈ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਪੀੜਤਾਂ ਨੂੰ ਤਾਂ ਇੱਕ ਤਰ੍ਹਾਂ ਦੇ ਨਾਲ ਇਨਸਾਫ ਜੇ ਕਹਿ ਦਈਏ ਸ਼ਾਇਦ ਨਾ ਹੋਵੇ ਉਹਨਾਂ ਦੇ ਨਾਲ ਪਰ ਜਿਹੜੇ ਕੁਝ ਲੋਕ ਜਿਨ੍ਹਾਂ ਦੀ ਜ਼ਿੰਦਗੀ ਬਚ ਗਈ ਹੈ ਇਸ ਖਿਲਵਾੜ ਹੋਣ ਤੋਂ ਤਾਂ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਲਈ ਇੱਕ ਤਰ੍ਹਾਂ ਦਾ ਇਨਸਾਫ ਹੋਵੇਗਾ ਤੇ ਉੱਥੇ ਜ਼ਿਕਰਯੋਗ ਹੈ ਕਿ ਇਸ ਬਲੱਡ ਬੈਂਕ ਦੇ ਜਿਹੜੇ ਕਈ ਮੁਲਾਜ਼ਮ ਨੇ ਉਹ ਸਸਪੈਂਡ ਕੀਤੇ ਜਾ ਚੁੱਕੇ ਨੇ ਅਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਇਹ ਪ੍ਰੋਟੈਸਟ ਕੀਤਾ ਸੀ ਕਿ ਅਸੀਂ ਜਦੋਂ ਸਾਨੂੰ ਕਰ ਦਿੱਤਾ ਗਿਆ ਜਿਹੜੇ ਵੱਡੇ ਅਧਿਕਾਰੀ ਨੇ ਜਾਂ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਇਹ ਹੋ ਰਿਹਾ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਹੈ ਸੋ ਇਸ ਤਰ੍ਹਾਂ ਦਾ ਵੀ ਮਾਮਲਾ ਦੇਖਣ ਨੂੰ ਮਿਲਿਆ ਫਿਲਹਾਲ ਪੇਚੀਦਾ ਜਿਹਾ ਇਹ ਮਾਮਲਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਦੋਂ ਇਸ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਹੁੰਦੀ ਹੈ ਤੇ ਇਸੇ ਦੀ ਅਸੀਂ ਉਡੀਕ ਕਰ ਰਹੇ ਹਾਂ। ਤੇ ਗੱਲ ਕਰਦੇ ਹਾਂ ਬੀਤੇ ਕੱਲ ਹੋਈ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਦੀ ਦੱਸ ਦਈਏ ਕਿ ਇਸ ਬੈਠਕ ਦੇ ਵਿੱਚ ਕਈ ਵੱਡੇ ਫੈਸਲਿਆਂ ਦੇ ਉੱਤੇ ਮੁਹਰ ਲੱਗ ਗਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਮੌਕੇ ਦੇ ਉੱਤੇ ਡਿਜੀਨੈਸਟ ਮੋਬਾਈਲ ਐਪ ਜਾਰੀ ਕੀਤਾ ਗਿਆ ਅਤੇ ਆਨਲਾਈਨ ਪੰਜਾਬ ਇਸ਼ਤਿਹਾਰ ਰਿਲੀਜ਼ ਆਰਡਰ ਸਿਸਟਮ ਦਾ ਆਗਾਜ਼ ਕੀਤਾ ਗਿਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸੂਬਾ ਸਰਕਾਰ ਦੀ ਡਾਇਰੈਕਟਰੀ ਨੂੰ ਡਿਜੀਟਲ ਕਰਨ ਦਾ ਉਪਰਾਲਾ ਕੀਤਾ ਗਿਆ ਨਾਲ ਹੀ 7ਵੇਂ पे कमीशन की तर्ज से नवे तनख्वाह कमीशन ਨੂੰ मंजूरी भी दी गई है ਤੇ ਨਵੀਆਂ ਭਰਤੀਆਂ ਲਈ ਤਨਖਾਹ ਸਕੇਲ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ATM ਕੈਸ਼ ਜਮ੍ਹਾਂ ਕਰਵਾਉਣ ਵਾਲੀਆਂ ਏਜੰਸੀਆਂ ਦੇ ਲਈ ਨਵੇਂ ਨਿਯਮਾਂ ਨੂੰ ਮਨਜ਼ੂਰੀ ਹੈ ਜਿਸ ਤਹਿਤ ਨਕਦੀ ਲਿਜਾਣ ਸੰਬੰਧੀ ਸਾਰੀ ਗਤੀਵਿਧੀਆਂ ਸੁਰੱਖਿਅਤ ਕਰਨ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਦੇ ਵੱਲੋਂ ਨਵੇਂ ਸਾਲ 2021 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ ਅਤੇ ਇਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਪੰਜਾਬ ਕੈਬਨਿਟ ਦੇ ਵੱਲੋਂ 10 ਵਿਭਾਗਾਂ ਦੇ ਪੁਨਰਗਠਨ ਨੂੰ ਵੀ ਪ੍ਰਵਾਨਗੀ ਮਿਲੀ ਹੈ ਤੇ ਸਰਕਾਰ ਨੇ 50,000 ਅਸਾਮੀਆਂ ਤੇ ਭਰਤੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। ਲੰਮੇ ਸਮੇਂ ਤੋਂ ਖਾਲੀ ਗੈਰ ਜ਼ਰੂਰੀ ਅਸਾਮੀਆਂ ਦੀ ਨਵੀਂ ਭਰਤੀ ਹੋਵੇਗੀ। ਇਸ ਤੋਂ ਇਲਾਵਾ SCERDT ਡਾਈਟ ਦੇ ਕਰਮਚਾਰੀਆਂ ਦੇ ਲਈ ਇੱਕ ਵੱਖਰਾ ਕਾਡਰ ਜਿਹੜਾ ਤਿਆਰ ਕੀਤਾ ਜਾਵੇਗਾ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਦੇ ਵੱਲੋਂ ਪੰਜਾਬ ਰਾਜ ਆਂਕੜਾ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਅਤੇ ਪਟਿਆਲਾ ਦਿਹਾਤੀ ਇੱਕ ਨਵਾਂ ਬਲਾਕ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋ ਕਈ ਅਹਿਮ ਫੈਸਲੇ ਜਿਹੜੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ। तो सूबा सरकार दे वल्लों पंजाब पुलिस नूं होर मजबूत बनाउण दी तैयारी कीती गई है। जिक्रयोग है कि ड्रोन दे राहीं हथियारां ते नशिਆਂ ਦੀ तस्करी दे वाधे होए केसां दे मद्देनज़र यह सख्ती हुण कीती जावेगी ਅਤੇ पंजाब सरकार ने अपने पुलिस बल दी अतवादी रोकू समर्था ਵਧਾਉਣ ਲਈ सरहद पारले अतवाद नूं ठल पाउण दे लई विशेष SPV यानी कि स्पैशल परपज़ व्हीकल ਦੀ ਸਥਾਪਨਾ ਕਰਨ ਦਾ फैसला कीता है। मुख मंत्री की प्रधानगी हेठ हुई कैबिनेट की बैठक में आबकारी विभाग वालों स्थापित किए ETTSA की तर्ज के उत्ते SPV स्थापित होगा। मुख मंत्री ही SPV के चेयरमैन होणगे ਅਤੇ इस करके उन्होंने जल्द तो जल्द SPV स्थापित करने लई लोड़ींदे कदम चुकण लई अधिकारित कर दिता गया। पाकिस्तान सूबे दे विच अतवाद फैलाउण दीआं कोशिशां कर रहा है जिस नूं असफल करन दे विच SPV काफ़ी महत्वपूर्ण भूमिका निभावेगा।
ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਹੋਈ ਬੀਤੇ ਕੱਲ ਦੀ ਬੈਠਕ ਦੀ। ਦੱਸ ਦਈਏ ਕਿ ਦੇਰ ਰਾਤ ਤੱਕ ਜਿਹੜੀ ਇਹ ਬੈਠਕ ਚੱਲੀ ਹੈ ਅਤੇ ਇਸ ਬੈਠਕ ਦੇ ਵਿੱਚ ਹਾਲਾਂਕਿ ਜਿਹੜਾ ਮੁੱਖ ਮੁੱਦਾ ਸੀ ਉਸ ਤੇ ਤਾਂ ਸਿੱਟਾ ਨਹੀਂ ਨਿਕਲਿਆ, ਪਰ ਦੋ ਏਜੰਡਿਆਂ ਦੇ ਉੱਤੇ ਸਹਿਮਤੀ ਜ਼ਰੂਰ ਬਣ ਗਈ ਹੈ ਅਤੇ ਹੁਣ ਜਿਹੜੀ ਅਗਲੀ ਬੈਠਕ ਹੈ ਉਹ 4 ਜਨਵਰੀ ਨੂੰ ਰੱਖੀ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਸਬੰਧ ਦੇ ਵਿੱਚ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨੀਆਂ ਨੇ। ਬਿਜਲੀ ਸੋਧ ਬਿੱਲ ਜਿਹੜਾ ਉਹ ਨਹੀਂ ਲਿਆਂਦਾ ਜਾਵੇਗਾ ਅਤੇ ਪਰਾਲੀ ਸਾੜਨ ਵਾਲੇ ਆਰਡੀਨੈਂਸ ਦੇ ਉੱਤੇ ਵੀ ਕਿਸਾਨਾਂ ਨੂੰ ਬਾਹਰ ਰੱਖਣ ਦਾ ਭਰੋਸਾ ਦਿੱਤਾ ਗਿਆ। ਦੱਸੀਏ ਕਿ ਜੋ ਪਰਾਲੀ ਸਾੜਨ ਵਾਲਾ ਆਰਡੀਨੈਂਸ ਸੀ ਉਸ ਦੇ ਤਹਿਤ ਜੋ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਇਸ ਤਹਿਤ ਉਸ ਤੋਂ 1 ਕਰੋੜ ਦੇ ਜੁਰਮਾਨੇ ਅਤੇ ਸਜ਼ਾ ਦੀ ਤਜਵੀਜ਼ ਰੱਖੀ ਗਈ ਸੀ ਅਤੇ ਇਸ ਵਿੱਚੋਂ ਹੁਣ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇਗਾ। ਦੱਸੀਏ ਕਿ ਨਾਲ ਹੀ ਮੰਤਰੀਆਂ ਦੇ ਵੱਲੋਂ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਬਜ਼ੁਰਗ ਅਤੇ ਬੱਚੇ ਨੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇ। ਜੇਕਰ ਜ਼ਿਆਦਾ ਨਾ ਹੋ ਸਕੇ ਤਾਂ ਬੱਚੇ ਅਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਘਰੇ ਭੇਜ ਦਿੱਤਾ ਜਾਵੇ ਅਤੇ ਨਾਲ ਹੀ ਕੇਂਦਰੀ ਮੰਤਰੀਆਂ ਦੇ ਵੱਲੋਂ ਕਿਸਾਨ ਆਗੂਆਂ ਨੂੰ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ ਦੇ ਤਹਿਤ ਉਹ ਕਮੇਟੀ ਜਿਹੜੀ ਹੈ ਗੱਲਬਾਤ ਕਰੇ, ਪਰ ਕਿਸਾਨਾਂ ਨੇ ਇਹ ਪ੍ਰਸਤਾਵ ਜਿਹੜਾ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਗੱਲਬਾਤ ਕਰਾਂਗੇ ਤਾਂ ਅਸੀਂ ਸਾਰੇ ਹੀ ਗੱਲਬਾਤ ਕਰਨ ਦੇ ਲਈ ਉੱਥੇ ਆਵਾਂਗੇ। ਤਾਂ ਇਸ ਨੂੰ ਲੈ ਕੇ ਜੋ ਕਮੇਟੀ ਬਣਾਉਣ ਦਾ ਪ੍ਰਸਤਾਵ ਸੀ ਉਹ ਕਿਸਾਨਾਂ ਨੇ ਠੁਕਰਾ ਦਿੱਤਾ ਹੈ। ਪਰ ਜੇ ਗੱਲ ਕਰੀਏ ਤਾਂ 2 ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਹੈ, ਪਰ ਜਿਹੜੇ ਮੁੱਖ ਮੁੱਦੇ ਸਨ ਉਹ ਹਜੇ ਜਿਵੇਂ ਦੀ ਤਿਵੇਂ ਬਣੇ ਹੋਏ ਨੇ। ਇਸ ਨੂੰ ਲੈ ਕੇ ਹੁਣ 4 ਜਨਵਰੀ ਨੂੰ ਬੈਠਕ ਹੋਵੇਗੀ। ਇਸੇ ਵਿਚਾਲੇ ਇੱਕ ਵੱਡੀ ਖਬਰ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ 30 ਦਸੰਬਰ ਵਾਲੀ ਹੋਣ ਵਾਲੀ ਬੈਠਕ ਜੇਕਰ ਬੇਸਿੱਟਾ ਰਹਿੰਦੀ ਹੈ ਤਾਂ ਟਰੈਕਟਰ ਮਾਰਚ ਕੱਢਿਆ ਜਾਵੇਗਾ, ਪਰ ਕਿਉਂਕਿ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ, 2 ਜਿਹੜੇ ਏਜੰਡਿਆਂ ਦੇ ਵਿੱਚ ਜੋ ਮੁੱਖ ਮੰਗਾਂ ਰੱਖੀਆਂ ਗਈਆਂ ਸਨ ਉਹਨਾਂ ਨੂੰ ਮੰਨਿਆ, ਤਾਂ ਕਿਸਾਨਾਂ ਨੇ ਕਿਹਾ ਕਿ ਅਸੀਂ ਵੀ ਆਪਣਾ ਇਹ ਜਿਹੜਾ ਟਰੈਕਟਰ ਮਾਰਚ ਹੈ ਫਿਲਹਾਲ ਦੇ ਲਈ ਅਸੀਂ ਪੋਸਟਪੋਨ ਕਰ ਦਿੰਦੇ ਹਾਂ, ਫਿਲਹਾਲ ਉਸ ਨੂੰ ਅੱਗੇ ਵਧਾ ਦਿੰਦੇ ਹਾਂ ਕਿ ਜੇਕਰ ਸਹਿਮਤੀ ਜਿਹੜੀ ਉਹਨਾਂ ਦੋਹਾਂ ਦੇ ਉੱਤੇ ਵੀ ਨਹੀਂ ਬਣਦੀ, ਜਿਹੜੇ 2 ਮੁੱਦੇ ਰਹਿ ਗਏ ਨੇ, ਤਾਂ ਅਸੀਂ ਟਰੈਕਟਰ ਮਾਰਚ ਕੱਢਾਂਗੇ। ਸੋ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਕਿ ਕਿਸਾਨ ਜਿਹੜੇ ਨੇ ਬੈਠਕ ਦੇ ਵਿੱਚ ਆਪਣਾ ਜਿਹੜਾ ਖੁਦ ਦਾ ਖਾਣਾ ਲੈ ਕੇ ਜਾਂਦੇ ਸੀ ਜਾਂ ਫਿਰ ਉਹਨਾਂ ਨੂੰ ਲੰਗਰ ਜਿਹੜਾ ਉੱਥੇ ਪਹੁੰਚਾਇਆ ਜਾਂਦਾ ਸੀ, ਸਰਕਾਰੀ ਖਾਣਾ ਨਹੀਂ ਖਾਇਆ ਜਾਂਦਾ ਸੀ। ਤਾਂ ਇਸੇ ਵਿਚਾਲੇ ਗੱਲ ਕਰੀਏ ਤਾਂ ਕੱਲ ਕੁਝ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਤੇ ਕੇਂਦਰੀ ਮੰਤਰੀਆਂ ਦੇ ਵੱਲੋਂ ਵੀ ਕਿਸਾਨਾਂ ਦੇ ਨਾਲ ਹੀ ਲੰਗਰ ਛਕਿਆ ਗਿਆ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਲੰਗਰ ਛਕਦੇ ਹੋਏ ਨਜ਼ਰ ਆਏ। ਉੱਥੇ ਦੱਸ ਦਈਏ ਕਿ DSGMC ਦੇ ਵੱਲੋਂ ਵਿਗਿਆਨ ਭਵਨ ਦੇ ਵਿੱਚ ਲੰਗਰ ਪਹੁੰਚਾਇਆ ਗਿਆ ਸੀ ਅਤੇ ਇਹ ਸੇਵਾ ਨਿਭਾਈ ਗਈ ਸੀ। ਸੋਸ਼ਲ ਮੀਡੀਆ ਦੇ ਰਾਹੀਂ ਤਸਵੀਰਾਂ ਜਿਹੜੀਆਂ ਨੇ ਉਹ ਬਾਹਰ ਆਈਆਂ ਨੇ ਤੇ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਲਈ ਜਿਹੜਾ ਲੰਗਰ ਉੱਥੇ ਲਿਆਂਦਾ ਗਿਆ ਸੀ, ਉਸ ਲੰਗਰ ਦੀ ਸੇਵਾ ਜਿਹੜੀ ਨਿਭਾਈ ਗਈ ਸੀ ਤੇ ਜੋ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇਹੀ ਲੰਗਰ ਉੱਥੇ ਛਕਿਆ ਗਿਆ ਕਿਸਾਨਾਂ ਦੇ ਨਾਲ ਬੈਠ ਕੇ, ਅਤੇ ਜਿਹੜੀ ਚਾਹ ਹੈ ਉਹ ਸ਼ਾਮ ਦੀ ਉਹ ਵੀ ਕਿਸਾਨਾਂ ਦੇ ਨਾਲ ਹੀ ਪੀਤੀ ਗਈ ਹੈ। ਸੋ ਇਹ ਇੱਕ ਸੰਕੇਤ ਦੇ ਤੌਰ ਤੇ ਦੇਖ ਸਕਦੇ ਹਾਂ ਕਿ ਸਰਕਾਰ ਵੀ ਆਪਣੇ ਕਦਮ ਹੁਣ ਅੱਗੇ ਵਧਾ ਰਹੀ ਹੈ ਕਿਸਾਨਾਂ ਦੇ ਵੱਲ। ਹੁਣ ਤੱਕ ਜਿੰਨੀ ਵੀ ਬਿਆਨਬਾਜ਼ੀ ਹੋਈ ਹੈ ਉਹ ਕਾਫੀ ਇੱਕ ਤਰ੍ਹਾਂ ਕਹਿ ਦਈਏ ਕਿ ਕਾਫੀ ਜ਼ਿਆਦਾ ਕੜਕ ਸੁਭਾਅ ਜਿਹੜਾ ਉੱਥੇ ਸਰਕਾਰ ਦੇ ਮੰਤਰੀਆਂ ਦਾ ਦੇਖਣ ਨੂੰ ਮਿਲ ਰਿਹਾ ਸੀ, ਪਰ ਹੁਣ ਕਿਤੇ ਨਾ ਕਿਤੇ ਸਰਕਾਰ ਨਰਮ ਪੈਂਦੀ ਹੋਈ ਨਜ਼ਰ ਆ ਰਹੀ ਹੈ। ਸੋ ਕਿਸਾਨਾਂ ਦੇ ਵੱਲੋਂ ਵੀ ਆਪਣਾ ਹੱਥ ਅੱਗੇ ਵਧਾਇਆ ਗਿਆ। ਇਸ ਨੂੰ ਲੈ ਕੇ ਸਾਡੇ ਸਹਿਯੋਗੀ ਪੱਤਰਕਾਰ ਰਣਵੀਰ ਰਾਣਾ ਦੇ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ, ਉਹਦੇ ਕੁਝ ਅੰਸ਼ ਤੁਹਾਨੂੰ ਦਿਖਾ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਇੱਕ ਪਾਸੇ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਚੱਲ ਰਹੀ ਹੈ, ਦੂਜੇ ਪਾਸੇ ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਲੰਗਰ ਲਾਇਆ ਗਿਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵਿਗਿਆਨ ਭਵਨ ਦੇ ਬਾਹਰ ਦੀਆਂ। ਇਹ ਤਸਵੀਰਾਂ ਨੇ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਹ ਲੰਗਰ ਆਇਆ ਤੇ ਪੰਗਤ ਦੇ ਵਿੱਚ ਬੈਠ ਕੇ ਇੱਥੇ ਜਿਹੜੇ ਲੰਗਰ ਛਕਿਆ ਜਾ ਰਿਹਾ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਮੀਡੀਆ ਵੱਡੇ ਪੱਧਰ ਤੇ ਇੱਥੇ ਪਹੁੰਚਿਆ ਹੋਇਆ ਹੈ। ਵਿਗਿਆਨ ਭਵਨ ਦੀ ਹਰ ਤਸਵੀਰ ਤੁਹਾਨੂੰ ਦਿਖਾਉਣੀ ਹੈ। ਤਾਂ ਉਸ ਤੋਂ ਪਹਿਲਾਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਲੰਗਰ ਦੀਆਂ ਨੇ, ਕਿਉਂਕਿ ਲੰਗਰ ਦੀ ਪ੍ਰਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦੇ ਨਾਲ ਸ਼ੁਰੂ ਕੀਤੀ। ਤਾਂ ਉਸ ਤੋਂ ਬਾਅਦ ਅੱਗੇ ਜਿਹੜਾ ਇਹ ਲੰਗਰ ਹੈ ਉਹ ਜਾ ਰਿਹਾ ਹੈ। ਤੇ ਇਸ ਵੇਲੇ ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਨੇ, ਗੱਲਬਾਤ ਮਨਜਿੰਦਰ ਸਿੰਘ ਸਿਰਸਾ ਹੋਰਾਂ ਨਾਲ ਕਰਦੇ ਆ। ਤਾਂ ਅੰਦਰ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਚੱਲ ਰਹੀ ਹੈ। ਪਿਛਲੀ 2 ਪਹਿਲਾਂ ਵੀ ਤੁਸੀਂ ਲੰਗਰ ਲੈ ਕੇ ਆਉਂਦੇ ਹੋ, ਅੱਜ ਵੀ ਇੱਥੇ ਲੰਗਰ ਲੈ ਕੇ ਆਏ ਹੋ? ਜੀ ਬਿਲਕੁਲ, ਜਿਹੜੀ ਮੀਟਿੰਗ ਹੁੰਦੀ ਉੱਥੇ ਤੇ ਲੰਗਰ ਲੈ ਕੇ ਆਇਆ ਜਾਂਦਾ ਹੈ।
ਕਿਉਂਕਿ ਕਿਸਾਨ ਵੀਰਾਂ ਵੱਲੋਂ ਇਹ ਕਿਹਾ ਗਿਆ ਸੀ 3:30 ਵਜੇ ਦੇ ਆਸ-ਪਾਸ ਲੰਗਰ ਇੱਥੇ ਪਹੁੰਚਾ ਦਿੱਤਾ ਜਾਵੇ ਤੇ 3:30 ਵਜੇ ਇੱਥੇ ਲੰਗਰ ਪਹੁੰਚ ਗਿਆ ਔਰ ਮੀਡੀਆ ਵਾਸਤੇ ਵੀ ਲੰਗਰ ਆਇਆ ਤੇ ਕਿਸਾਨਾਂ ਵਾਸਤੇ ਵੱਖਰਾ ਲੰਗਰ ਆਇਆ ਕਿਉਂਕਿ ਕਿਸਾਨ ਜਿਹੜੇ ਨੇ ਉਹਨਾਂ ਨੇ ਹੁਣ ਤੱਕ ਅੰਨ ਗ੍ਰਹਿਣ ਕਰਨ ਤੋਂ ਮਨਾ ਕੀਤਾ ਜਦੋਂ ਤੱਕ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਸਰਕਾਰ ਦੇ ਨਾਲ। ਇਸ ਕਰਕੇ ਉਹਨਾਂ ਦਾ ਮੈਸੇਜ ਆਇਆ ਸੀ ਕਿ 3:30 ਵਜੇ ਇੱਥੇ ਲੰਗਰ ਪਹੁੰਚਾਤਾ ਜਾਵੇ। ਸਰਕਾਰੀ ਭੋਜਨ ਉਹਨਾਂ ਨੇ ਚਾਹ ਵੀ ਕਹਿਤਾ ਸੀਗਾ ਕਿ ਸਰਕਾਰੀ ਅਸੀਂ ਨਹੀਂ ਪੀਣੀ, ਸਰਕਾਰੀ ਅਸੀਂ ਖਾਣਾ ਵੀ ਨਹੀਂ ਖਾਣਾ ਹੈਗਾ, ਪਾਣੀ ਦੀ ਬੋਤਲ ਤੱਕ ਉਹਨਾਂ ਨੇ ਪਾਣੀ ਦੀ ਬੋਤਲ ਮੂੰਹ ਲਾਉਣ ਤੋਂ ਮਨਾ ਕਰਤਾ ਸੀ। ਦੇਖੋ ਇੱਕ ਮੈਸੇਜ ਹੁੰਦਾ, ਇਹ ਮੈਸੇਜ ਬਹੁਤ ਸਟਰੋਂਗ ਆ, ਇਹਦੀ ਭਾਵਨਾ ਨੂੰ ਸਮਝੀਏ। ਗੱਲ ਲੰਗਰ ਜਾਂ ਪਾਣੀ ਦੀ ਨਹੀਂ ਹੁੰਦੀ, ਲੇਕਿਨ ਤੁਸੀਂ ਇਹ ਕਹਿ ਲਓ ਕਿ ਮੈਂ ਅੰਨ ਦਾ ਦਾਣਾ ਗ੍ਰਹਿਣ ਨਹੀਂ ਕਰਨਾ ਤੇਰਾ, ਇਹਦਾ ਮਤਲਬ ਹੋ ਗਿਆ ਕਿ ਉਸ ਬੰਦੇ ਦੇ ਪ੍ਰਤੀ ਤੁਹਾਡੇ ਮਨ 'ਚ ਕਿੰਨਾ ਦੁੱਖ ਔਰ ਦਰਦ ਆ। ਇਹ ਸਰਕਾਰ ਨੂੰ ਸੰਦੇਸ਼ ਦਿੱਤਾ ਉਹਨਾਂ ਨੇ ਔਰ ਬੜਾ ਜਾਇਜ਼ ਸੰਦੇਸ਼ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਮਨਜਿੰਦਰ ਸਿੰਘ ਸਿਰਸਾ ਡੀਐਸਜੀ ਐਮਸੀ ਤਾਂ ਇਹ ਲੰਗਰ ਦੀਆਂ ਤਸਵੀਰਾਂ, ਤਾਂ ਤਸਵੀਰਾਂ ਪੰਗਤ ਦੀਆਂ ਬਹੁਤ ਜ਼ਰੂਰੀ ਨੇ, ਪੰਗਤ ਦੀਆਂ ਤਸਵੀਰਾਂ ਦਿਖਾਉਣੀਆਂ ਬਹੁਤ ਜ਼ਰੂਰੀ ਨੇ। ਆਹ ਤਸਵੀਰ ਤੁਹਾਨੂੰ ਨਜ਼ਰ ਆਊਗੀ ਇਸ ਸੜਕ ਤੇ, ਵਿਗਿਆਨ ਭਵਨ ਦੀ ਇਸ ਸੜਕ ਤੇ, ਕਿ ਕਿਵੇਂ ਜਿਹੜਾ ਇਹ ਲੰਗਰ ਹੈ ਇੱਥੇ ਪੰਗਤ ਦੇ ਵਿੱਚ ਬੈਠ ਕੇ ਛਕਿਆ ਜਾ ਰਿਹਾ ਹੈ। ਗੱਲਬਾਤ ਵੀ ਕਰਦੇ ਆ, ਬਾਈ ਜੀ ਹੋਰੀ ਸਾਡੇ ਨਾਲ ਨੇ। ਬਾਈ ਜੀ, ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ, ਸੰਗਤ ਅਤੇ ਲੰਗਰ ਅਤੇ ਪੰਗਤ ਦੀ ਵੀ ਨਾਲ ਹੋਈ, ਪੰਗਤ ਦੇ ਵਿੱਚ ਬੈਠ ਕੇ ਬਰਾਬਰੀ ਦਾ ਸੰਦੇਸ਼, ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ? ਦੇਖੋ ਜੀ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਲੰਗਰ ਸ਼ੁਰੂ ਕੀਤਾ ਸੀ 20 ਰੁਪਏ ਦਾ, ਉਹ ਸਾਰਾ ਸੰਸਾਰ ਚੱਲ ਰਿਹਾ। ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਤੁਸੀਂ 20 ਰੁਪਏ ਨੂੰ ਨਾ ਮਲਟੀਪਲਾਈ, ਜੋ ਗਵਰਨਮੈਂਟ ਦਾ ਜੋ ਵਿਆਜ ਹੁੰਦਾ ਹੈ ਉਹਦੇ ਹਿਸਾਬ ਨਾਲ ਲਗਾ ਕੇ ਦੇਖੋ ਕਿੰਨੇ ਖਰਬ ਰੁਪਇਆ ਬਣ ਚੁੱਕਿਆ ਹੋਇਆ, ਉਹਨੂੰ ਲਗਾਉਣਾ ਪਏਗਾ ਇਤਿਹਾਸ ਨੂੰ। ਤੇ ਇਹ ਜਿਹੜਾ ਲੰਗਰ ਹੈ ਇਹ ਗੁਰੂ ਸਾਹਿਬ ਦਾ ਲੰਗਰ ਹੈ, ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਹੈ, ਜੋ ਸਾਰੇ ਸੰਸਾਰ 'ਚ ਚੱਲ ਰਿਹਾ। ਔਰ ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਮੈਂਬਰਸ ਆਏ ਨੇ ਉਹ ਸੇਵਾ ਨਿਭਾ ਰਹੇ ਨੇ ਇਸ ਦੀ, ਇਹ ਬਹੁਤ ਅੱਛੀ ਗੱਲ ਹੈ। ਔਰ ਮੇਨ ਰੋਡ ਤੇ ਤੁਸੀਂ ਦੇਖੋ ਵਿਗਿਆਨ ਭਵਨ ਦੇ ਸਾਹਮਣੇ, ਔਰ ਇਹ ਖਾਲੀ ਕਿ ਨਹੀਂ, ਮੀਡੀਆ ਵੀ ਇੱਥੇ ਲੰਗਰ ਛਕੇ, ਸਾਰੇ ਲੰਗਰ ਛਕਣ, ਕਿਉਂਕਿ ਲੰਗਰ ਦੇ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ। ਜਿਹੜਾ ਕਿਸਾਨਾਂ ਦਾ ਜਿਹੜਾ ਅੰਨਦਾਤਾ ਏ ਉਹਦਾ ਪੈਦਾ ਕੀਤਾ ਹੋਇਆ ਲੰਗਰ ਵੀ ਛਕਿਆ ਜਾ ਰਿਹਾ ਏ। ਤਾਂ ਇਹ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣੀ ਬੇहद ਲਾਜ਼ਮੀ ਹੈ ਕਿ ਕਿਵੇਂ ਇੱਥੇ ਲੰਗਰ ਜਿਹੜਾ ਉਹ ਜਾਰੀ ਹੈ, ਸਾਰਿਆਂ ਦੇ ਲਈ ਲੰਗਰ ਵਰਤਾਇਆ ਜਾ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਵਿਗਿਆਨ ਭਵਨ ਦੇ ਬਾਹਰ ਲੰਗਰ ਲਾਇਆ ਗਿਆ ਏ, ਲੰਗਰ ਜਾਰੀ ਹੈ, ਤਾਂ ਲਗਾਤਾਰ ਲੰਗਰ ਵਰਤਾਇਆ ਜਾ ਰਿਹਾ ਹੈ। ਤਾਂ ਬਿਲਕੁਲ ਹਰ ਵਰਗ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇੱਥੇ ਬਹੁਤ ਸਾਰੀਆਂ ਤਸਵੀਰਾਂ ਅਸੀਂ ਦੇਖੀਆਂ ਨੇ ਕਿ ਜਿੱਥੇ ਪੰਜਾਬ ਦੇ ਵਿੱਚੋਂ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਲੋਕ ਜਿਹੜੇ ਦਿੱਲੀ ਵੱਲ ਕੂਚ ਕਰ ਰਹੇ ਨੇ ਕਿਸਾਨਾਂ ਦੇ ਅੰਦੋਲਨ 'ਚ ਸ਼ਿਰਕਤ ਕਰਨ ਲਈ। ਸਿਆਸਤਦਾਨ ਵੀ ਹੁਣ ਆਵਾਜ਼ ਬੁਲੰਦ ਕਰ ਰਹੇ ਨੇ। ਦੱਸ ਦਈਏ ਕਿ ਪੰਜਾਬ ਤੋਂ ਨਮੀਸ਼ਾ ਮਹਿਤਾ ਵੱਡੇ ਜਥੇ ਸਮੇਤ ਦਿੱਲੀ ਰਵਾਨਾ ਹੋਏ। ਗੜਸ਼ੰਕਰ ਤੋਂ ਜੈਕਾਰਿਆਂ ਦੀ ਗੂੰਜ ਦੇ ਨਾਲ ਉਹ ਆਪਣੇ ਜਥੇ ਦੇ ਨਾਲ ਦਿੱਲੀ ਲਈ ਰਵਾਨਾ ਹੋਏ ਸਨ। ਉੱਥੇ ਹੀ ਦੱਸ ਦਈਏ ਕਿ ਸੰਘਰਸ਼ ਦੇ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜਿਹੜੀ ਉਹ ਕਿਸਾਨਾਂ ਦੇ ਨਾਲ ਖੜੀ ਹੈ। ਉਧਰ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਵੀ ਦਿੱਲੀ ਰਵਾਨਾ ਹੋਏ ਨੇ। ਟਿਕਰੀ ਬਾਰਡਰ ਦੇ ਲਈ ਉਹਨਾਂ ਦੇ ਵੱਲੋਂ ਪੈਦਲ ਹੀ ਚਾਲੇ ਪਾਏ ਗਏ। ਸੋ ਇਹ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤੇ ਇੱਥੇ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕ, ਨਾ ਸਿਰਫ ਲੋਕ ਬਲਕਿ ਕਈ ਸਿਆਸਤਦਾਨ ਜਿਹੜੇ ਨੇ ਉਹ ਵੀ ਆਪਣੇ ਜੱਥੇ ਲੈ ਕੇ ਉੱਥੇ ਰਵਾਨਾ ਹੋ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ ਨਾਰੇ ਬੁਲੰਦ ਕਰਨ ਦੇ ਲਈ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਵਕਤ ਸੰਘਰਸ਼ ਜਿਸ ਜਗ੍ਹਾ ਦੇ ਉੱਤੇ ਪਹੁੰਚ ਚੁੱਕਿਆ ਹੈ ਤਾਂ ਜਨ ਅੰਦੋਲਨ ਬਣ ਕੇ ਉੱਭਰਿਆ ਹੈ। ਸੋ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਵੀ ਆਪਣੇ ਜੱਥਿਆਂ ਸਮੇਤ ਦਿੱਲੀ ਲਈ ਰਵਾਨਾ ਹੋਏ ਨੇ। ਸੋ ਧੂਰੀ ਅਤੇ ਗੜਸ਼ੰਕਰ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ। 26 ਨਵੰਬਰ ਤੋਂ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਬੈਠੇ ਨੇ, ਤੁਸੀਂ ਦੇਖਿਆ ਹੋਣਾ 27 ਤਰੀਕ ਨੂੰ ਵੀ ਮੈਂ ਇੱਕ ਵੀਡੀਓ ਅਪਲੋਡ ਕਰੀ ਸੀ, ਤਾਂ ਉਦੋਂ ਦੀ ਜਿਹੜੀ ਇਹ ਬੜੀ ਜਦੋਜਹਿਦ ਚੱਲ ਰਹੀ ਹੈ ਤੇ ਸਾਰੀਆਂ ਸਾਡੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਬਹੁਤ ਵਧੀਆ ਤਰੀਕੇ ਨਾਲ, ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਸਾਰੇ ਪੰਜਾਬ ਨੂੰ ਲੀਡ ਕਰ ਰਹੀਆਂ ਨੇ। ਇਹ ਜਿਹੜਾ ਐਜੀਟੇਸ਼ਨ ਹੋ ਰਿਹਾ ਹੁਣ ਤਾਂ ਇਹਨੂੰ ਆਪਾਂ ਪੂਰੇ ਭਾਰਤ ਦਾ ਹੀ ਐਜੀਟੇਸ਼ਨ ਮੰਨ ਕੇ ਚੱਲੀਏ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਹਰ ਇੱਕ ਮੀਡੀਆ ਦੀ ਗੱਲ ਕਰ ਲਈਏ ਜਾਂ ਕਿਸਾਨਾਂ ਦੀ ਗੱਲ ਕਰ ਲਈਏ, ਉੱਥੇ ਵੀ ਐਜੀਟੇਸ਼ਨ ਹੋ ਰਹੇ ਨੇ। ਕਿਉਂਕਿ ਜਿਹੜੇ 3 ਕਾਨੂੰਨ ਨੇ ਇਹ ਬਿਲਕੁਲ ਟ੍ਰੇਡ ਨੂੰ ਮੂਹਰੇ ਰੱਖ ਕੇ ਸਿਰਫ ਟ੍ਰੇਡ ਦੀ ਗੱਲ ਕਰੀ ਗਈ ਹੈ, ਇਹਦੇ 'ਚ ਕਿਸਾਨ ਦੀ ਬਿਲਕੁਲ ਗੱਲ ਨਹੀਂ ਕਰੀ ਗਈ, ਜਿਹੜੇ ਕਿਸਾਨ ਤੇ ਮਜ਼ਦੂਰਾਂ ਦੀ ਗੱਲ ਇਹਦੇ 'ਚ ਬਿਲਕੁਲ ਨਹੀਂ ਕਰੀ ਗਈ। ਤੇ ਉਧਰ ਇਸੇ ਤਰ੍ਹਾਂ ਵਿਆਹਾਂ ਦੇ ਵਿੱਚ ਵੀ ਨਵੀਂ ਰੀਤ ਚੱਲਦੀ ਹੋਈ ਨਜ਼ਰ ਆ ਰਹੀ ਹੈ। ਕਿਸਾਨ ਅੰਦੋਲਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਕਿਸਾਨੀ ਝੰਡੇ ਲਾ ਕੇ ਲਾੜਾ ਲਾੜੀ ਜਿਹੜੇ ਨੇ ਉਹ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸੇ ਵਿਚਾਲੇ ਦੱਸ ਦਈਏ ਕਿ NRI ਜਿਹੜੇ ਨੇ ਉਹ ਵੀ ਅੱਗੇ ਆਏ ਨੇ ਅਤੇ ਇੱਕ NRI ਦਾ ਜਦੋਂ ਵਿਆਹ ਸੀ ਤਾਂ ਉਹ ਆਪਣੀ ਲਾੜੀ ਵਿਆਹੁਣ ਦੇ ਲਈ ਕਿਸਾਨੀ ਝੰਡੇ ਦੇ ਨਾਲ ਗਿਆ। ਕਾਲੇ ਕਾਨੂੰਨ ਰੱਦ ਕਰਨ ਦੀ ਉਸ ਵੱਲੋਂ ਮੰਗ ਕੀਤੀ ਗਈ ਹੈ। ਹੁਸ਼ਿਆਰਪੁਰ ਤੋਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਇੱਕ NRI ਨੌਜਵਾਨ ਜੋ ਇੱਥੇ ਵਿਆਹ ਦੇ ਲਈ ਇੰਡੀਆ ਆਇਆ ਹੋਇਆ ਸੀ, ਉਸਨੇ ਵੀ
ਕਿਸਾਨਾਂ ਦੇ ਹੱਕ ਵਿੱਚ ਨਾਰਾ ਬੁਲੰਦ ਕੀਤਾ ਹੈ ਅਤੇ ਕਿਸਾਨੀ ਝੰਡੇ ਹੇਠ ਉਹ ਆਪਣੀ ਬਰਾਤ ਲੈ ਕੇ ਗਿਆ ਅਤੇ ਆਪਣੀ ਜੋ ਬਰਾਤ ਦੇ ਵਿੱਚ ਉਸ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਹੀ ਨਾਰੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਉਸਨੇ ਇੱਕੋ ਇੱਕ ਮੰਗ ਕੀਤੀ ਹੈ ਕਿ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਨੇ। ਤੋਂ ਪਹਿਲਾਂ ਕਿਸਾਨਾਂ ਦੇ ਨਿਆਣੇ ਆ, ਸਾਡੇ ਬਾਪੂ ਜੀ ਹੋਣੀ ਵੀ ਕਿਸਾਨੀ ਸੀ ਕਰਦੇ ਆ, ਹੁਣ ਵੀ ਕਰਦੇ ਆ, ਇਸ ਲਈ ਅਸੀਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਝੰਡੇ ਲਾ ਕੇ ਆਏ ਆ। ਜਿਹੜੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਆ ਵਾਪਸ ਲਵੇ ਤੇ ਅਸੀਂ ਇਹਦਾ ਵਿਰੋਧ ਕਰਦੇ ਆ। ਦੇਖੋ ਜੀ ਸਾਡੀ ਇਹੀ ਆ ਵੀ ਅਸੀਂ ਕਿਸੇ ਵੀ ਤਰ੍ਹਾਂ ਕਿੱਦਾਂ ਵੀ ਕਰਕੇ ਆਪਣੇ ਬਜ਼ੁਰਗਾਂ ਦੀ ਬਣਾਈ ਹੋਈ ਜ਼ਮੀਨ ਨੂੰ ਬਚਾ ਸਕੀਏ, ਕਿਸੇ ਵੀ ਤਰ੍ਹਾਂ ਕੁਝ ਵੀ ਕਰੀਏ। ਮੈਨੂੰ ਇਹ ਵਧੀਆ ਲੱਗਿਆ ਮੈਂ ਆਪਣੇ ਵਿਆਹ ਦੇ ਵਿੱਚ ਵੀ ਝੰਡੀਆਂ ਲਾ ਕੇ ਜਾਵਾਂ, ਇਸ ਜੋ ਕਾਲੇ ਕਾਨੂੰਨ ਬਣਾਏ ਇਹਨਾਂ ਦਾ ਵਿਰੋਧ ਕਰਾਂ ਤੇ ਇਸ ਕਰਕੇ ਮੈਂ ਲਾ ਕੇ ਕਾਰਨ ਅਸੀਂ ਅਫਸੋਸ ਕਰ ਰਹੇ ਹਾਂ ਵੀ ਮੋਦੀ ਸਰਕਾਰ ਸਾਡੇ ਬਾਰੇ ਸੋਚ ਕੁਛ ਨਹੀਂ ਰਹੀ ਜੀ। ਇਸ ਕਰਕੇ ਅਸੀਂ ਉਹਦਾ ਦੁੱਖ ਮਨਾ ਰਹੇ ਹਾਂ। ਸਾਡੇ ਬੇਟੇ ਦੀ ਸ਼ਾਦੀ ਹੋਣ ਦੇ ਬਾਵਜੂਦ ਖੁਸ਼ੀ ਦੇ ਵਿੱਚ ਵੀ ਅਸੀਂ ਦੁੱਖ ਮਹਿਸੂਸ ਕਰ ਰਹੇ ਹਾਂ ਉਹਦਾ। ਸਾਰੀਆਂ ਗੱਡੀਆਂ ਤੇ ਲਗਾਏ ਹੋਏ ਤਕਰੀਬਨ ਸਾਰੀਆਂ ਤੇ ਲੱਗੇ। ਕਿੱਥੋਂ ਆਏ ਆ? ਅਸੀਂ ਪਿੰਡ ਪਥਰਾੜੀਆਂ ਜੀ, ਡਿਸਟ੍ਰਿਕਟ ਹੁਸ਼ਿਆਰਪੁਰ ਜੀ। उधर जे गल करिए तो रवनीत बिट्टू के खिलाफ काफ़ी रोस वाधा होया नज़र आ रहा है। रवनीत बिट्टू के वालों एक भड़काऊ बयान दिता गया सी, जिस तो बाद उन्हों का तिखा विरोध हो रहा है। फरीदकोट के विच भाजपा के वालों पुतला फूक मुजाहरा किया गया और उन्होंने इल्ज़ाम लगाए ने कि रवनीत बिट्टू किसानों को उकसा रहे हैं। श्री फतेहगढ़ साहिब दे विच भी SSP नूं इस बाबत मंग पत्र सौंपया गया और रवनीत बिट्टू के खिलाफ बनती कार्रवाई की मंग की गई। ये दोष लगाए गए हैं कि रवनीत बिट्टू देश का माहौल खराब करने की कोशिश कर रहे हैं। रवनीत बिट्टू इस वक्त दिल्ली जंतर मंतर दे विच मौजूद ने, जिथे वो धरना दे रहे हैं किसानों के हक विच ते बहुत सारे कांग्रेस के सांसद ते विधायक उन्हां दे नाल मौजूद ने ते रवनीत बिट्टू दे वल्लों इस विचाले एक वड्डा बयान दिता गया सी ते भड़काऊ बयान इसनूं कहा जा रहा है। भाजपा वल्लों इसका विरोध देखण नूं मिल रहा है। सो ये ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ। ਸਮੁੱਚੇ ਪੰਜਾਬ ਵਿੱਚ ਜੋ ਕਾਂਗਰਸੀ MP ਰਵਨੀਤ ਸਿੰਘ ਬਿੱਟੂ ਉਸ ਦਾ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ ਕਿ ਪਿਛਲੇ ਦਿਨੀ ਬਿੱਟੂ ਨੇ ਜੋ ਭਾਰਤੀ ਜਨਤਾ ਪਾਰਟੀ ਤੇ ਹਮਲੇ ਹੋ ਰਿਹਾ ਉਸ ਦੀ ਜ਼ਿੰਮੇਵਾਰੀ ਲਈ ਸੀ ਤੇ ਹੁਣ ਤਾਂ ਉਹਨੇ ਹੱਦ ਹੀ ਲਾਤੀ, ਕਹਿੰਦਾ ਅਸੀਂ ਲਾਸ਼ਾਂ ਵਿਛਾ ਦਾਂਗੇ। ਕਾਂਗਰਸ ਸਰਕਾਰ ਹੈ ਜਿਹੜੀ ਹਿੰਦੂ ਸਿੱਖ ਨੂੰ ਲੜਾ ਰਹੀ ਹੈ ਅਤੇ ਕਿਸਾਨ ਭਰਾ ਜੋ ਸਾਡੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੂੰ ਉਕਸਾ ਕੇ ਸਾਡੇ ਨਾਲ ਲੜਾ ਰਹੀ ਹੈ। ਇਸ ਲਈ ਅੱਜ ਅਸੀਂ ਉਹਦਾ तो बिल्कुल रवनीत बिट्टू के वालों एक भड़काऊ बयान दिता गया सी, जिसका विरोध देखने को मिल रहा है। तो भाजपा के वालों खास तौर पर इस गल के लिए मंग की जा रही है कि रवनीत बिट्टू के खिलाफ बनती कार्रवाई की जानी चाहिए है। फतेहगढ़ साहिब ਅਤੇ फरीदकोट ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਅਤੇ ਉੱਥੇ ਹੀ ਦੱਸ ਦਈਏ ਕਿ ਇਹ ਵੱਡੀ ਗਿਣਤੀ ਦੇ ਵਿੱਚ ਵਿਰੋਧ ਦਾ ਸਾਹਮਣਾ ਰਵਨੀਤ ਬਿੱਟੂ ਨੂੰ ਕਰਨਾ ਪੈ ਰਿਹਾ ਹੈ। ਅਹਿਮ ਖਬਰ ਦੀ ਵੱਲ ਰੁਕ ਕਰਨ ਜਾ ਰਹੇ ਹਾਂ। ਦੱਸ ਦਈਏ ਕਿ 2016 ਮੈਕਸਿਮਮ ਸਿਕਿਉਰਿਟੀ ਜੇਲ ਬ੍ਰੇਕ ਕੇਸ ਦੇ ਵਿੱਚ ਫਰਾਰ ਮੁਲਜ਼ਮ ਸੁਖ ਬਿਕਰੀਵਾਲਾ ਦੁਬਈ ਤੋਂ ਕਾਬੂ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਦੇ ਵੱਲੋਂ ਜਲਦ ਹੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਗੁਰਦਾਸਪੁਰ ਦੇ ਰਹਿਣ ਵਾਲਾ ਮੁਲਜ਼ਮ ਬਿਕਰੀਵਾਲਾ 2016 ਮੈਕਸਿਮਮ ਸਿਕਿਉਰਿਟੀ ਜੇਲ ਬ੍ਰੇਕ ਕੇਸ ਦੇ ਵਿੱਚ ਇਹ ਫਰਾਰ ਚੱਲ ਰਿਹਾ ਸੀ। ਸੁਖ ਬਿਕਰੀਵਾਲਾ ਦੁਬਈ ਤੋਂ ਕਾਬੂ ਕੀਤਾ ਗਿਆ ਹੈ। ਵੱਡੀ ਖਬਰ ਇਸ ਵਕਤ ਦੀ ਦੱਸੀਏ ਕਿ ਨਾਭਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਬ੍ਰੇਕ ਮਾਮਲੇ ਦੇ ਵਿੱਚ ਫਰਾਰ ਮੁਲਜ਼ਮ ਸੁਖ ਬਿਕਰੀਵਾਲਾ ਦੁਬਈ ਤੋਂ ਕਾਬੂ ਕਰ ਲਿਆ ਗਿਆ ਹੈ ਤੇ ਪੰਜਾਬ ਪੁਲਿਸ ਵੱਲੋਂ ਜਲਦ ਹੀ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਹਰਮੀਤ ਮਾਨ ਜੁੜ ਗਏ ਨੇ ਸਾਡੇ ਨਾਲ। ਹਰਮੀਤ, ਸੁਖ ਬਿਕਰੀਵਾਲਾ ਗ੍ਰਿਫਤਾਰ ਕਰ ਲਿਆ ਗਿਆ, ਇਸ ਬਾਬਤ ਕੀ ਜਾਣਕਾਰੀ ਮਿਲ ਰਹੀ ਹੈ? ਬਿਲਕੁਲ ਜਸਮੀਤ ਜੀ, ਤੁਹਾਨੂੰ ਦੱਸ ਦਈਏ ਕਿ ਨਾਭਾ ਜੇਲ ਬ੍ਰੇਕ ਜੋ 2016 ਦੇ ਵਿੱਚ ਹੋਇਆ ਸੀ ਉਹਦਾ ਇੱਕ ਮੁਲਜ਼ਮ ਜਿਹੜਾ ਦੋਸ਼ੀ ਹੈ ਜਿਹੜਾ ਉਹ ਦੁਬਈ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸੁਖ ਬਿਕਰੀਵਾਲ ਦੁਬਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਕਈ ਮੁਕੱਦਮੇ ਨੇ। ਇਹ ਨਾਭਾ ਜੇਲ ਬ੍ਰੇਕ ਦਾ ਦੋਸ਼ੀ ਜਿਸ ਦੇ ਖਿਲਾਫ ਨਾਭਾ ਕਤਵਾਲੀ ਦੇ ਵਿੱਚ ਮਾਮਲਾ ਦਰਜ ਸੀ। ਜੀ ਜੀ ਹਰਮੀਤ, ਕੀ ਤੁਸੀਂ ਸੁਣ ਪਾ ਰਹੇ ਹੋ ਮੈਨੂੰ? ਹਾਂਜੀ ਬਿਲਕੁਲ ਜੀ। ਤੇ ਕਦੋਂ ਤੱਕ ਪੇਸ਼ ਕੀਤਾ ਜਾਵੇਗਾ ਅਦਾਲਤ ਦੇ ਵਿੱਚ ਇਸ ਨੂੰ? ਕੋਈ ਜਾਣਕਾਰੀ ਇਸ ਬਾਬਤ ਤੁਸੀਂ ਦੇ ਪਾਓ ਹਰਮੀਤ? ਬਿਲਕੁਲ, ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਦੁਬਈ ਤੋਂ ਲੈ ਕੇ ਪੁਲਿਸ ਆ ਜਿਹੜੀ ਉਹ ਰਵਾਨਾ ਹੋ ਚੁੱਕੀ ਹੈ। ਇਹਨੂੰ ਨਾਭਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪੇਸ਼ ਤੋਂ ਬਾਅਦ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ। ਹੋਰ ਵੀ ਕਈ ਖੁਲਾਸੇ ਨੇ ਜਿਹੜੇ ਇਸ ਜੇਲ੍ਹ ਬ੍ਰੇਕ ਪ੍ਰਤੀ ਹੋ ਸਕਦੇ। ਕਸ਼ਮੀਰਾ ਸਿੰਘ ਗਲਵੱਡੀ ਦੀ ਗੱਲ ਕੀਤੀ ਜਾਵੇ ਜੋ ਅੱਤਵਾਦੀ ਸਮੇਂ ਫਰਾਰ ਹੋਇਆ ਸੀ, ਪਰ ਉਹ ਵੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਜੀ।
जी बिल्कुल, नज़र बनाए रखो हरमीत इस तमाम खबर के उत्ते बहुत बहुत शुक्रिया जानकारी के लिए। तो फरार मुलजम सुख बिकरी वाला दुबई तो काबू कर लिया गया। 2016 ਦੇ ਵਿੱਚ मैक्सिमम सिक्योरिटी जेल ब्रेक मामले ਦੇ ਵਿੱਚ ਉਹ फरार ਸੀ ਅਤੇ पुलिस ने इसनूं काबू कर लिया ਤੇ जल्द ही दस दिए कि इसनूं अदालत ਦੇ ਵਿੱਚ पेश करके रिमांड हासिल किया जाएगा ਤੇ पुछगिछ दौरान ਵੱਡੇ खुलासे होने की उम्मीद जिहड़ी है जताई जा रही है। सो फिलहाल इन्हां खबरों के पिछे नहीं पर जाण तो पहले एक बार फिर तो नज़र इस बुलेटिन दियां हैडलाइंस ते। किसान अज नहीं कड्डणगे दिल्ली दे विच ट्रैक्टर मार्च। 4 जनवरी की मीटिंग तो बाद लिया जाएगा फैसला। बीते दिन हुई मीटिंग च 2 मंगां ते बनी है सहमति। बिजली सोध बिल नहीं लियावेगी सरकार। पराली साड़न वाले ऑर्डीनेंस ते भी दिता है भरोसा। पंजाब कैबिनेट ने कई अहम फैसलों ते लगाई मोहर। मुख्यमंत्री वालों डिजीनेस्ट मोबाइल ऐप जारी। नवीं भर्तियां दे लई भी तनख्वाह स्केल लियाउण नूं प्रवानगी। 10 विभागां दे पुनर्गठन नूं मिली मंजूरी। 50,000 नवीं असामियां ते जल्द होवेगी भर्ती। HIV पॉजिटिव खून चढ़ाउण दे मामले च बठिंडा ब्लड बैंक के खिलाफ वड्डी कार्रवाई। 14 दिनों के लिए ब्लड बैंक का लाइसेंस किया गया सस्पेंड। महिला और 4 थैलेसीमिया पीड़ित बच्चों को चढ़ाया गया सी HIV पॉजिटिव खून। जियो टावरां दी भंन तोड़ दे मामले दे विच पंजाब दे राजपाल दी सख्ती। मामले नूं लैके पंजाब दे DGP अते मुख सकत्तर नूं कीता तलब। सूबे दे विच 1600 टावरां नूं हुण तक पहुंचाया जा चुक्या नुकसान। नवें साल के मद्देनज़र पुलिस प्रशासन होया चौकस। चंडीगढ़ और पंजाब च वधाई गई सख्ती। नहीं बख्शे जाणगे हुल्लड़बाज। कानून की उलंघना करन ते होवेगी सख्त कार्रवाई। सो फिलहाल इस बुलेटिन दे नहीं। जेकर तुहाडे कोल इस बाबत कोई भी सुझाव या जानकारी है तो तुसीं सानूं संपर्क कर सकते हो news@fastway.in ते। इस तो इलावा तुसीं सानूं ऑनलाइन भी देख सकते हो www.fastway.in ते। हुण मैनूं दिओ इजाजत। धन्नवाद।